ਕਿਸੇ ਵੀ ਚੀਜ਼ ਦੀ ਜਦ ਤੱਕ ਆਪਾਂ ਜੜ ਤੱਕ ਨਹੀਂ ਜਾਂਦੇ, ਜਦ ਤੱਕ ਆਪਾਂ ਨੂੰ ਉਹਦੀ ਪਛਾਣ ਨਹੀਂ ਹੁੰਦੀ, ਉਦੋਂ ਤੱਕ ਬਹੁਤਾ ਗਿਆਨ ਨਹੀਂ। ਕਹਿਣ ਨੂੰ ਤਾਂ ਆਪਾਂ ਰੋਜ਼ ਇੱਕ ਓੰਕਾਰ ਸਤਨਾਮ ਰੋਜ਼ ਹੀ ਕਹਿੰਦੇ, ਪਰ ਇਹ ਵਿਚਾਰ ਕਰਨੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸ੍ਰਿਸ਼ਟੀ ਤੇ ਆਉਣ ਦੀ ਲੋੜ ਕਿਉਂ ਪਈ। ਕਿਉਂਕਿ ਪਰਜਾ ਜਿਹੜੀ ਸੀ ਉਹ ਸਾਰੀ ਐਸੀ ਹੋ ਗਈ ਕਿ ਇੱਕ ਦੂਜੇ ਨੂੰ ਮਾਰਨਾ, ਲੁੱਟਣਾ, ਖੋਹਣਾ, ਖਿੰਜਣਾ, ਇੱਜ਼ਤ ਨਾਮ ਦੀ ਕੋਈ ਚੀਜ਼ ਨਹੀਂ ਹੈ। ਅੱਜ ਵਾਲਾ ਹੀ ਹਾਲ ਸੀ, ਇਹ ਹੁਣ ਤੁਰਿਆ ਜਾ ਰਿਹਾ ਕੰਮ। ਸੋ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ ਧਰਤੀ ਨੇ ਕਿ ਅਕਿਰਤ ਘਣ ਬਹੁਤ ਹੋ ਗਏ ਨੇ ਮੇਰੇ ਤੇ, ਬੜਾ ਭਾਰ ਸਹਿੰਦੀ ਹਾਂ ਪਰ ਸਿਹਾ ਨਹੀਂ ਜਾਂਦਾ। ਮੈਂ ਚੱਲੀ, ਮੈਂ ਡੁੱਬ ਚੱਲੀ ਹਾਂ, ਨਿੱਗਰ ਚਲੋ ਰਸਾਤਲ ਟੋਆ, ਮੈਂ ਚੱਲੀ ਹਾਂ ਥੱਲੇ ਨੂੰ। ਅਕਾਲ ਪੁਰਖ ਮਹਾਰਾਜ ਨੇ ਧੀਰਜ ਦਿੱਤਾ। ਸੋ ਉਸ ਵਕਤ ਧੀਰਜ ਦੇ ਕੇ ਮਹਾਰਾਜ ਨੇ ਕਲਮਲ ਹੋਏ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਧੀਰਜ ਦਿੰਦੇ ਨੇ ਮਹਾਰਾਜ, ਕੋਈ ਨਹੀਂ ਧੀਰਜ ਰੱਖ। ਸਾਰੇ ਜਣੇ ਇਕੱਠੇ ਹੋ ਕੇ ਗਏ ਸੀ, ਇਹ ਜਿੰਨੇ ਦੇਵਤੇ ਨੇ। ਮਹਾਰਾਜ ਨੇ ਕਿਹਾ ਸੀ ਧਰਤੀ ਦੇ ਉੱਤੇ ਨਾਮ ਜਪਾਓ ਸਾਡਾ। ਇਹ ਕਹਿਣ ਲੱਗੇ ਕਲਯੁਗ ਦਾ ਮਹਾਰਾਜ ਇੰਨੀ ਕਮਾਈ ਹੈ, ਇੰਨੀ ਤਪੱਸਿਆ ਉਹਦੀ, ਅਸੀਂ ਉਹਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ ਹਾਂ। ਸਾਰਿਆਂ ਨੇ ਹੱਥ ਖੜੇ ਕਰ ਦਿੱਤੇ। ਕਿਆ ਬ੍ਰਹਮਾ ਵਿਸ਼ਨੂੰ ਮਹੇਸ਼, ਕਿਆ 33 ਕਰੋੜ ਦੇਵਤਾ, ਕਿਆ ਦੇਵੀਆਂ, ਇਹਨਾਂ ਸਭ ਨੇ ਹੱਥ ਖੜੇ ਕਰਤੇ ਵੀ ਸਾਡੇ ਬਸ ਕੁਝ ਨਹੀਂ ਗਾ। ਕਿਉਂਕਿ ਕਲਯੁਗ ਦੀ ਤਪੱਸਿਆ ਸਾਰਿਆਂ ਨਾਲੋਂ ਜ਼ਿਆਦਾ ਹੈ ਸਾਤੋਂ। ਤੋ ਫਿਰ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਚਲੋ ਫਿਰ ਅਸੀਂ ਆਪ ਆਉਂਦੇ ਹਾਂ। ਹੁਣ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਅਵਤਾਰ ਧਾਰ ਕੇ ਸਾਰੇ ਸੰਸਾਰ ਨੂੰ ਸਿੱਧੇ ਮਾਰਗ ਤੇ ਲਾਇਆ। ਸੰਸਾਰ ਨੂੰ ਤਾਰਦਿਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨਾਲ ਚਰਚਾ ਹੋਈ, ਕਿਉਂਕਿ ਉਦੋਂ ਸਿੱਧਾਂ ਲੋਕਾਂ ਦੀ ਬੜੀ ਮਸ਼ਹੂਰੀ ਸੀ ਸੰਸਾਰ ਦੇ ਅੰਦਰ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਅਵਤਾਰ ਹੈ, ਅਕਾਲ ਪੁਰਖ ਆਪ ਵਾਹਿਗੁਰੂ ਨੇ ਅਵਤਾਰ ਧਾਰਿਆ ਹੈ। ਹੁਣ ਅਵਤਾਰਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ 6 ਪ੍ਰਕਾਰ ਦੇ ਅਵਤਾਰ ਮੰਨੇ ਨੇ। ਇੱਕ ਹੁੰਦੇ ਨੇ ਅੰਸਾ ਅਵਤਾਰ, ਜਿਵੇਂ ਰਾਜੇ ਖਾਸ ਕਿਸਮ ਦੇ ਭਗਤੀ ਵਾਲੇ ਪਿਰਥੂ, ਮੰਨੂ, ਰਘੂ, ਦਲੀਪ ਆਦਿਕ ਰਾਜੇ ਹੋਏ ਨੇ। ਇਹ ਪਰਮੇਸ਼ਰ ਦੀ ਅੰਸ਼ ਵਿੱਚੋਂ ਹੀ ਹੁੰਦੇ ਨੇ। ਸਾਰੀ ਪਰਜਾ ਨੂੰ ਇਉਂ ਪਾਲਦੇ ਨੇ ਜਿਵੇਂ ਪਰਜਾ ਬੱਚੇ ਹੁੰਦੀ ਹੈ, ਤੇ ਆਪ ਉਹਨਾਂ ਦਾ ਦੁੱਖ ਸਹਾਰਦੇ ਨੇ। ਪਰਮੇਸ਼ਰ ਦੀ ਅੰਸ਼ ਵਿੱਚੋਂ ਰਾਜੇ ਹੋ ਕੇ ਬਣਨਾ ਅੰਸਾ ਅਵਤਾਰ। ਅਵੇਸ਼ਾ ਅਵਤਾਰ ਜਿਹੜੇ ਹੁੰਦੇ ਨੇ, ਇਹਨਾਂ ਵਿੱਚ ਬਾਅਦ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ। ਫਿਰ ਆਉਂਦੇ ਨੇ ਕਲਾ ਅਵਤਾਰ, ਜਿਨ੍ਹਾਂ ਦੇ ਵਿੱਚ ਕਈਆਂ ਵਿੱਚ 14 ਕਲਾ ਨੇ, ਕਈਆਂ ਵਿੱਚ 16 ਕਲਾ ਨੇ। ਇਹ ਅਵਤਾਰ ਹੁੰਦੇ ਨੇ। ਫਿਰ ਆਉਂਦੇ ਨੇ ਨਿਤ ਅਵਤਾਰ, ਜਿਵੇਂ ਸੰਤ ਮਹਾਤਮਾ ਨੇ, ਇਹ ਨਿਤ ਅਵਤਾਰ ਕਹਾਉਂਦੇ ਨੇ। ਫਿਰ ਆਉਂਦੇ ਨੇ ਨਿਮਿਤ ਅਵਤਾਰ, ਜਿਵੇਂ ਕਿਸੇ ਖਾਸ ਕੰਮ ਨੂੰ ਕਰਕੇ ਅਲੋਪ ਹੋ ਜਾਣਾ। ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਫਿਰ ਅਲੋਪ ਹੋ ਗਏ। ਉਹਨਾਂ ਕੀ ਕੰਮ ਕਰਦੇ ਹੁੰਦੇ ਨੇ, ਫਿਰ ਚਲੇ ਜਾਂਦੇ ਨੇ ਵਾਪਸ। ਫਿਰ ਇੱਕ ਨੇ ਪੂਰਨ ਅਵਤਾਰ। ਪੂਰਨ ਅਵਤਾਰ ਜਿਹੜੇ ਨੇ ਉਹ ਜਿਵੇਂ ਰਾਮਚੰਦਰ ਜੀ, ਕ੍ਰਿਸ਼ਨ ਜੀ ਆਦਿਕ ਹੋਏ ਨੇ। ਪਰ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਜਿਵੇਂ ਕਹੀਏ ਕਿ ਇਹ 6 ਨਾਲੋਂ ਹੀ ਵੱਖਰੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਬਾਣੀ ਦੇ ਅੰਦਰ ਬਚਨ ਕੀਤਾ ਨਾ, 16 ਕਲਹ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਬੇਅੰਤ ਸ਼ਕਤੀਆਂ ਦੇ ਸਮੇਤ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਆ ਕੇ ਚਰਨ ਪਾਏ, ਅਤੇ ਧਰਤੀ ਦੇ ਉੱਤੇ ਚਰਨ ਪੈਂਦੀ ਧਰਤੀ ਠਰ ਗਈ, ਸ਼ਾਂਤ ਹੋ ਗਈ।
ਟਿਕਾਓ ਮਿਲ ਗਿਆ। ਸ੍ਰਿਸ਼ਟੀ ਨੂੰ ਤਾਰਨਾ ਪ੍ਰਾਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ। ਅਵਤਾਰਾਂ ਨੂੰ ਦੇਖਿਆ ਜਾਂਦਾ ਲੌਕਿਕ ਪ੍ਰਮਾਣ ਵੈਦਿਕ ਪ੍ਰਮਾਣਾਂ ਦੁਆਰਾ। ਸੋ ਇਸੇ ਪ੍ਰਕਾਰ ਅਵਤਾਰ ਦੀ ਨਿਸ਼ਾਨੀ ਜਿਹੜੀ ਦੇਖੀ ਜਾਂਦੀ ਸ਼ਕਤੀ ਕਰਕੇ, ਵਿਅਕਤੀ ਕਰਕੇ, ਪ੍ਰਗਿਆ ਕਰਕੇ। ਪ੍ਰਗਿਆ ਨਾਮ ਬੁੱਧੀ ਦਾ ਹੈ। ਫਿਰ ਉਹਦੇ ਕਰਤੱਵ ਤੇ ਆਯੂ, ਇਹ 5 ਚੀਜ਼ਾਂ ਕਰਕੇ ਅਵਤਾਰਾਂ ਨੂੰ ਪਰਖਿਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਨਾਲ ਨਾਲ ਹੋਵੇਗੀ, ਇੱਕੋ ਦਿਨ ਵਿੱਚ ਸਾਰੀ ਵਿਆਖਿਆ ਨਹੀਂ ਹੁੰਦੀ। ਸ਼ਕਤੀ, ਵਿਅਕਤੀ, ਪ੍ਰਗਿਆ, ਕਰਤੱਵ ਤੇ ਆਯੂ, ਇਹ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਜਾਂਦੀਆਂ ਨੇ। ਤੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸ੍ਰਿਸ਼ਟੀ ਤੇ ਆਏ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸੀ ਤਾਂ ਸਿੱਧ ਆਏ ਸ੍ਰੀ ਕਰਤਾਰਪੁਰ ਸਾਹਿਬ, ਰਾਵੀ ਤੋਂ ਪਰਲੇ ਪਾਸੇ ਹੈ ਜੋ ਸਿੱਧ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਭ ਤੋਂ ਪਹਿਲਾਂ ਜੋ ਮਿਲੇ, ਕਹਿਣ ਲੱਗੇ ਤੁਹਾਡਾ ਮੂਲ ਮੰਤਰ ਗੁਰ ਮੰਤਰ ਦਾ ਸਾਰਾ ਅਸੀਂ ਪੁੱਛ ਲਿਆ, ਬੀਜ ਮੰਤਰ ਵੀ ਪੁੱਛ ਲਿਆ, ਹੁਣ ਤੁਹਾਡਾ ਮਾਲਾ ਮੰਤਰ ਕਿਹੜਾ? ਕਿਉਂਕਿ ਜਦੋਂ ਕੋਈ ਧਰਮ ਨਵਾਂ ਚੱਲੇ ਨਾ ਤਾਂ ਉਹਨੂੰ ਪ੍ਰਸ਼ਨ ਬੜੇ ਖੜੇ ਕਰਦੇ ਨੇ ਸਾਰੇ ਜਾਣੇ। ਹਰੇਕ ਧਰਮ ਵਿੱਚ ਵੀ ਸਾਡੇ ਵਿੱਚ ਆਹ ਮਾਲਾ ਮੰਤਰ ਹੈ, ਤੁਹਾਡੇ 'ਚ ਮਾਲਾ ਮੰਤਰ ਕਿਹੜਾ? ਤਾਂ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਾ ਕੇ ਫਿਰ ਮੱਥਾ ਟੇਕਿਆ। ਮਹਾਰਾਜ ਇਹ ਸਿੱਧ ਇਹ ਪੁੱਛਦੇ ਨੇ ਕਿ ਮਾਲਾ ਮੰਤਰ ਤੁਹਾਡਾ ਕਿਹੜਾ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੁਰਖਾ ਆਪਣਾ ਮਾਲਾ ਮੰਤਰ ਜਿਹੜਾ ਉਹ ਜਪਜੀ ਸਾਹਿਬ ਹੈ। ਤੇ ਮਹਾਰਾਜ ਫਿਰ ਇਹ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਅਸੀਂ ਸਿੱਧਾਂ ਨਾਲ ਚਰਚਾ ਕੀਤੀ, ਕਈ ਜਗ੍ਹਾ ਦੇ ਉੱਤੇ ਕਈ ਥਾਵਾਂ ਤੇ ਜਪਜੀ ਸਾਹਿਬ ਦਾ ਪਾਠ ਉਚਾਰਿਆ। ਇਹਨਾਂ ਦੀ ਪੌੜੀਆਂ ਦੀ ਤਰਤੀਬ ਲਾਉਣੀ ਰਹਿੰਦੀ ਹੈ। ਪੌੜੀਆਂ ਦੀ ਤਰਤੀਬ ਗੁਰੂ ਅੰਗਦ ਦੇਵ ਜੀ ਕੋਲੋਂ ਲਵਾਈ ਮਹਾਰਾਜ ਜੀ ਨੇ। ਪੌੜੀਆਂ ਦੀ ਤਰਤੀਬ ਲਾ ਕੇ ਸ਼ਲੋਕ ਸਮੇਤ ਸਤਿਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਆਪਾਂ ਨੂੰ। ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਸੁਮੇਰ ਪਰਬਤ ਤੇ ਗਏ, ਸਿੱਧਾਂ ਦੇ ਨਾਲ ਚਰਚਾ ਕੀਤੀ, ਤਾਂ ਜਿਹੜੇ ਸਿੱਧਾਂ ਨੇ ਸਾਨੂੰ ਪ੍ਰਸ਼ਨ ਕੀਤੇ, ਪ੍ਰਸ਼ਨਾਂ ਦੇ ਵਿੱਚ ਜਿਹੜਾ ਸਿੱਧਾਂ ਨੇ ਇਹ ਬਚਨ ਕੀਤਾ ਸੀ ਕਿ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੱਕ ਓੰਕਾਰ, ਇਹ ਓੰਗ ਲਿਖਿਆ ਹੋਇਆ ਅਸਲ ਵਿੱਚ ਵੇਦਾਂ ਦੇ ਵਿੱਚ, ਤੁਸੀਂ ਇਹਨੂੰ ਇੱਕ ਓੰਕਾਰ ਕਿਉਂ ਕਹਿੰਦੇ ਹੋ? ਇਹ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ। ਏਕਾ ਲਾਤਾ ਅੱਗੇ, ਕਾਰ ਲਾ ਦਿੱਤੀ ਉੱਪਰ, ਓੰਗ ਕਾਫੀ ਨਹੀਂ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਓੰਗ ਹੈ ਨਾ, ਇਹ ਤ੍ਰਿਧਾ ਰੂਪ ਹੈ। ਚਾਹੇ ਕਈ ਅੱਖਰ ਸੰਗਤ ਨੂੰ ਔਖੇ ਵੀ ਲੱਗਣ, ਚਾਹੇ ਤੁਹਾਨੂੰ ਕਈ ਚੀਜ਼ਾਂ ਐਸੀਆਂ ਵੀ ਲੱਗਣਗੀਆਂ ਨਹੀਂ ਸਮਝ ਤੋਂ ਬਾਹਰ ਵੀ ਹੋ ਜਾਂਦੀਆਂ, ਪਰ ਸਮਾਂ ਪਾ ਕੇ ਸਮਝ ਲੱਗ ਜਾਂਦੀਆਂ ਨੇ। ਪਰ ਇਹ ਹੈ ਵੀ ਇੰਨੀ ਜਾਣਕਾਰੀ ਹੋਣੀ ਆਪਣੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਤੁਹਾਡੀ ਆਪਸ ਵਿੱਚ ਚਰਚਾ ਤਾਂ ਹੁੰਦੀ, ਕਦੇ ਬਾਹਰਲੇ ਨਾਲ ਚਰਚਾ ਕਦੇ ਹੋ ਜੇ ਨਾ, ਫਿਰ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ। ਤ੍ਰਿਧਾ ਰੂਪ ਹੁੰਦੀ ਹੈ, ਤ੍ਰਿਧਾ ਹੁੰਦੀ ਹੈ ਰਾਜਸੀ, ਤਾਮਸੀ, ਸ਼ਾਂਤ ਕੀ, ਰਜੋਗੁਣ, ਤਮੋਗੁਣ, ਸਤੋਗੁਣ। ਮਹਾਰਾਜ ਕਹਿਣ ਲੱਗੇ ਜਿਹੜਾ ਓੰਗ ਹੈ ਨਾ, ਇਹ 3 ਅੱਖਰਾਂ ਤੋਂ ਬਣਿਆ ਹੈ। ਆ, ਆੜਾ, ਓ, ਊੜਾ ਤੇ ਮਾ, ਆ, ਓ, ਮਾ। ਮਹਾਰਾਜ ਕਹਿਣ ਲੱਗੇ ਆਕਾਰ ਜਿਹੜਾ ਪਹਿਲਾਂ, ਫਿਰ ਓਕਾਰ, ਫਿਰ ਮਕਾਰ। ਇਹ ਜਿਹੜਾ ਆਕਾਰ ਹੈ ਇਹ ਰਜੋਗੁਣੀ ਹੈ, ਇਹ ਬ੍ਰਹਮਾ ਦਾ ਵਾਚਕ ਹੈ। ਇਹ ਜਿਹੜਾ ਓਕਾਰ ਹੈ ਇਹ ਸਤੋਗੁਣੀ ਹੋਣ ਕਰਕੇ ਵਿਸ਼ਨੂੰ ਦਾ ਵਾਚਕ ਹੈ। ਇਹ ਜਿਹੜਾ ਮਕਾਰ ਹੈ ਇਹ ਤਮੋਗੁਣੀ ਹੋਣ ਕਰਕੇ ਸ਼ਿਵ ਜੀ ਦਾ ਵਾਚਕ ਹੈ। ਇਹਦੇ 3 ਅਰਥ ਹੋ ਗਏ ਤੁਹਾਡੇ ਓੰਗ ਦੇ। ਲਿਆਓ ਇਹ 'ਚ ਪਰਮੇਸ਼ਰ ਲਿਆਓ, ਕਿੱਥੇ ਹੈ? ਸਾਰੇ ਚੁੱਪ ਹੋ ਗਏ। ਮਹਾਰਾਜ ਕਹਿੰਦੇ ਦੱਸੋ ਪਰਮੇਸ਼ਰ ਦਾ ਨਾਮ ਕਿੱਥੇ ਇਹਦੇ 'ਚ? ਓੰਗ ਓੰਗ ਤਾਂ ਤੁਸੀਂ ਕਹੀ ਜਾਂਦੇ ਹੋ, ਇਹ ਓੰਗ ਦੇ ਅਰਥ ਤਾਂ 3 ਬਣ ਗਏ, ਹੁਣ ਓੰਗ 'ਚ ਪਰਮੇਸ਼ਰ ਦਾ ਕਿੱਥੋਂ ਨਾਮ ਲਿਆਓਗੇ? ਇਹ ਤਾਂ 3 ਚੀਜ਼ਾਂ ਖੜੀਆਂ ਹੋ ਗਈਆਂ ਵਿੱਚ। ਮਹਾਰਾਜ ਕਹਿਣ ਲੱਗੇ 7 ਮੱਤਾਂ ਵਾਲਿਆਂ ਨੇ 9 ਅਰਥ ਕਰਕੇ 63 ਪ੍ਰਕਾਰ ਦਾ ਵਿਵਾਦ ਖੜਾ ਕੀਤਾ ਹੋਇਆ ਹੈ। ਕਿਉਂਕਿ ਹਿਰਨ ਜਿਹੜਾ ਹੈ ਨਾ, ਹਿਰਨ ਗਰਭ ਬ੍ਰਹਮਾ ਜੀ ਨੇ ਉਚਾਰਨ ਕੀਤਾ, ਉਹ 'ਚ ਉਹਨਾਂ ਨੇ 9 ਪ੍ਰਕਾਰ ਦੱਸੇ, ਪਰਮੇਸ਼ਰ ਦੇ 9 ਰੂਪ ਨੇ।
फिर कपिल मुनि ने 9 रूप दसे ने। कपिल मुनि भी 9 रूप कही जाता, वो 9 रूप काफ़ी ज़्यादा विस्तार है, इस करके नहीं दस रहा मैं। बस यही जान लो कि कोई कहता वो त्रिकाल है, त्रिवर्ग है, त्रिसर्ग है, कई कई नाम ने दे। ये तीन 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 करके एक बारी च 3 जाने आते हैं। त्रिकाल, त्रिवर्ग, त्रिसर्ग करके तो 9 भेद पाते परमेश्वर विच। सो इसे प्रकार महाराज सच्चे पातशाह कहते फिर ये जिहड़ा कपिल मुनि है ये तो अपना बचन कही जाता है, तो एक होर मुनि जिहड़ा होया वो अपना बचन कही जाता है। सनक, सनंदन, सनातन, संत कुमार जिहड़े ने ये 9 प्रकार के वखरे भेद दसदे ने। तो फिर जिहड़े ब्रह्मंश वाले ने वो 9 वखरे भेद दसदे ने। शिव मत जिहड़ा 9 वखरे भेद दसदा। इसे प्रकार जिहड़े वैष्णव मत वाले ने पंचरात्र नारद वाले, नारद मुनि ने 9 भेद वखरे दसे ने। जिहड़े ईसाई ने ये कहंदे ने रूह मुकद्दस है एक नंबर ते, दूसरा खुदा, तीसरा है ईसा पैगंबर। ये 3 रूप हो गए। मुसलमान कहते ने नहीं 2 रूप ने, वो कहते एक खुदा एक पैगंबर। महाराज कहते कोई है तुहाडे कोल टिकाणा? सारे जाने इन्ने इन्ने रूप कथन करी जाने हो, 63 भेद तुसी पा दिते, फिर जेड़ा उठदा वो अपने मूहरे ओंग ला लैंदा। ये संपूर्णता नहीं कीती तुसी। महाराज गुरु नानक देव जी कहण लगे ये जिहड़े देवते ने आकार, उकार, मकार, तिन्ने रजो तमो सतो ते ब्रह्मा विष्णु मेह जिहड़े कहे ने, ये तिन्नां विच कोई जान है? इन्हां ने सत्ता कित्थों लई? कहंदे जी परमेश्वर कोलों। कहंदे फिर परमेश्वर दा तां वाचक उरे दिखाया ही नहीं तुसीं। तां गुरु नानक देव जी महाराज कहण लगे असीं उत्ते जिहड़ी लाई है ना कार, उतले पासे वो पहलां प्रैसां वाले मेटणे लागे सी इहनूं उतली कार नूं, जिहड़ी उपरले पासे कार हुंदी है ना, आम तौर ते लोग कार्डां दे उत्ते होरनां थावां ते पहलां कार नूं मेटना शुरू कर दिता। किसी नूं इह तां पता नहीं कि कार दा मतलब की है। कार दा मतलब परमेश्वर। ये जिहड़ी उपरले पासे है ना, जिन्हों आपां बोलदे हैं शुद्ध उच्चारण जिहड़ा एक, फिर ओंग, फिर कार, ये जिहड़ा 3 अखर बनते ने दे। इस प्रकार दे नाल ये जिहड़ी कार है ना, यही परमेश्वर दा रूप है। ये तिन्ने देवते जड़ ने। जड़ वो चीज़ हुंदी है जिहड़ी बेजान होवे, जिह च अपने विच कोई सत्ता नहीं, कोई जान नहीं, जिहड़ी बाहरों जान लवे। ये तिन्नां देवतियां नूं प्रकाश, वाहिगुरु आप है तिन्नां देवतियां नूं प्रकाश देण वाला। एका माई जुगत व्याई, 3 चेले परवान, एक संसारी, एक भंडारी, एक लाए दीवान। जिव तिस भावै, जिवें उस वाहिगुरू नूं भाउंदा तिवै चलावै, उवें चलाउंदा इन्हां नूं। जिव होवै फुरमान, जिवें उहदा फुरमान अकाल पुरख दा हुंदा ओह वेखै, ਉਹ ਵਾਹਿਗੁਰੂ ਦੇਖਦਾ, ਉਹਨਾਂ ਨਜ਼ਰ ਨਾ ਆਵੇ, ਉਹਨਾਂ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ। ਉਹ ਬਹੁਤਾ ਇਹੋ ਵਿਡਾਣ, ਇਹੀ ਤਾਂ ਹੈਰਾਨੀ ਦੀ ਗੱਲ ਹੈ। ਮਹਾਰਾਜ ਕਹਿੰਦੇ ਜਿਹੜੀ ਉੱਪਰਲੀ ਕਾਰ ਹੈ ਨਾ, ਪਰਮੇਸ਼ਰ ਦੀ ਕਾਰ, ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਕਾਰ ਦਾ ਮਤਲਬ ਲਾਈਨ। ਲਾਈਨ ਜਿਹੜੀ ਉਹ ਮੁੱਕਦੀ ਨਹੀਂ। ਲਾਈਨ ਤੁਸੀਂ ਖਿੱਚਣੀ ਸ਼ੁਰੂ ਕਰ ਦਿਓ, ਭਾਵੇਂ ਸਾਰੀ ਧਰਤੀ ਦੀ ਖਿੱਚ ਦਿਓ, ਭਾਵੇਂ ਸਾਰੀ ਧਰਤੀ ਦੇ ਦੁਆਲੇ ਖਿੱਚ ਦਿਓ, ਫਿਰ ਦੂਜੀ ਲਾਈਨ ਖਿੱਚ ਦਿਓ। ਲਾਈਨ ਕਿਹੜਾ ਮੁੱਕਣੀ ਕਦੇ। ਲਾਈਨ ਦਾ ਮਤਲਬ ਹੁੰਦਾ ਕੰਟੀਨਿਊਸ, ਲਗਾਤਾਰ ਚੱਲਣ ਵਾਲਾ। ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਉੱਪਰ ਕਾਰ ਲਾਈ ਹੈ। ਇਹ ਕਾਰ ਹੀ ਇਹਦਾ ਕਾਰਨ ਰੂਪ ਹੈ, ਓੰਗ ਦਾ। ਇਹ ਕਾਰ ਹੀ ਇਹਦਾ ਕਾਰਜ ਰੂਪ ਹੈ। ਓੰਗ ਦਾ ਕਾਰਜ ਰੂਪ ਵੀ ਇਹ ਜਿਹੜਾ ਮਹਾਰਾਜ ਨੇ ਕਾਰ ਲਾਈ ਹੈ, ਕਾਰਨ ਅਤੇ ਕਾਰਜ ਦੋਵੇਂ ਹੀ ਇਸ ਕਾਰ ਨੇ ਬਣਾਏ ਨੇ। ਇਹ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋ ਰਹੀ। ਕਿਉਂ? ਸਿੱਧ ਜਿਹੜੇ ਨੇ ਉਹ ਵੀ ਘੱਟ ਨਹੀਂ ਹੈ, ਅੱਗਿਓਂ ਬੜੀ ਪਹੁੰਚੀਆਂ ਹਸਤੀਆਂ ਨੇ, ਉਹ ਬੜੇ ਦਿਮਾਗ ਵਾਲੇ ਨੇ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ। ਛੋਟਾ ਮੋਟਾ ਬੰਦੇ ਨਾਲ ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਚਰਚਾ ਕਰਨੀ, ਉਹਨਾਂ ਨੂੰ ਸਿੱਧੇ ਰਾਹ ਤੇ ਲਾਉਣਾ। ਮਹਾਰਾਜ ਦਾ ਇਹ ਵੀ ਨਿਸ਼ਾਨਾ ਨਹੀਂ ਕਿ ਇਹਨਾਂ ਨੂੰ ਹਰਾਉਣਾ, ਮੈਂ ਹਰਾਉਣਾ ਵੀ ਨਹੀਂ, ਸਹੀ ਦੱਸ ਕੇ ਸੇਧ ਦੇ ਕੇ ਸਿੱਧੇ ਮਾਰਗ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਲਾਇਆ।
महाराज कहने भाई ये इस करके असीं लाया ये चीज़ जदों असीं देखिया कि ये विवाद ने इहदे विच तां असीं इहदे अगे लाया एक बई साडा जिहड़ा सिद्धांत है ये द्वैश वाला नहीं है आ द्वैत मत है साडा द्वैश तो रहत। महाराज कहने अच्छा इउं दसो ओंग पढ़न दा हक किहनूं है कहंदे जी ब्राह्मण नूं ते खत्री नूं कहंदे खत्री सुन सकदा ओंग। अच्छा ते जिहड़े वैश ने ते शूद्र ने कहंदे वो ना इहनूं पढ़ सकदे ने ना इहनूं सुन सकदे ने। अच्छा महाराज कहने जिहड़े ब्राह्मण ने इन्हां ने घरां वालियां नूं तां हक होना कहंदे ना जी ना वो इहनूं पढ़ सकदियां ना सुन सकदियां। कहंदे फिर जिहड़े खत्री ने कहंदे उन्हां ने घरां वालियां नूं भी हक नहीं। महाराज कहने फिर जिहड़े शूद्र ते वैश ने कहने उन्हां दीयां घरां वालियां नूं भी हक नहीं। महाराज कहने फिर इहदा मतलब ओंग तां ब्राह्मणां दा ही होया ओंग नूं तां सिर्फ ब्राह्मण ही जप सकदा। तां असीं तां फिर इहदे अगे ला दिता एक साडा तां मत हो गया अद्वैत सिद्धांत असीं उपर लाता कार। असीं तिन्नां देवतियां तो भी जो उपर है वाहिगुरू वो कार दा संकेत बना दिता। असीं एक ओंकार नूं ऐसा बना दिता कि जिवें बदलां दी बरसात हरेक जगह बिना वितकरे पैंदी आ ना लो इहनूं कोई अनपढ़ पढ़े कोई पढ़िया लिखिया पढ़े कोई उच्चा पढ़े कोई नीवा पढ़े कोई माई पढ़े कोई भाई पढ़े कोई बच्चा पढ़े कोई भी आखेगा ना एक ओंकार उहदा ही भला होएगा। महाराज कहने असीं वितकरा रखे ही कोई नहीं तुसीं वितकरे रख रख के लोकां नूं कहदे हो तूं नरकां नूं जाएगा तूं फलाने थां नूं जाएगा तुसीं संसार नूं तारन दा कोई ढंग ही नहीं बनाया। कहण लगे महाराज इहदे च व्याकरण है। महाराज कहते है कहने व्याकरण अनुसार इहनूं सिद्ध करो। महाराज कहने अव आड़ा ते वावा अव जिहड़ी धातु तो बनया मन्निया है अव दा मतलब की है कहते रखिया। कहते फिर जिहड़ा ओंकार है ये की करता है कहते रखिया। महाराज कहने एक ओंकार जिहड़ा ये रखिया करता है उच्चारण मात्र नाल ही। इस करके व्याकरण अनुसार एक ओंकार बिल्कुल सही है। एक ओंकार व्याकरण अनुसार बिल्कुल सही लिखिया सी। सो इस करके सतगुरु महाराज कहते ने असीं अपने वल्लों अपने सारे पासे ते असीं एक दा ही उच्चारण करते हाँ असीं एक दा ही कथन करते हाँ एक दी ही पूजा करते हाँ एक दा ही सेवक हाँ ते साडी संगत नूं असीं एक दे सेवक बनाउंदे हां। महाराज कहते मैं अपना सेवक नहीं बनाउंदा किसे नूं मैं नहीं कहता कि मैनू मन्नो तुसीं सिद्ध लोग तां कहने हो ना मैनू मन्नो मेरे पैरां दी पूजा करो मैनू मत्था टेको गोरख नूं मत्था टेको। महाराज कहने मैं कदे भी नहीं कहता मैं कहना एक नूं मन्नो एक दे सेवक बनो एक अकाल दे पुजारी बनो। एकम एकंकार निराला एको जप एको साला है। इस करके महाराज कहने असीं तां कहने एक दे पुजारी बनाउंदे हां सारिआं नूं असीं किसी नाल वखरेवा नहीं रखदे। महाराज सच्चे पातशाह नूं कहण लगे ये जिहड़ा ओं अखर आपने कहा ओंकार फिर ये बनिया कित्थों। महाराज गुरु नानक देव जी कहण लगे परमेश्वर ने जदों सृष्टि बनाई है उदों किहड़ी पंक्ति पढ़ी सी की सोचा सी मन च कहंदे इहदा पता तुहानूं। कहण लगे हाँ जी इन्ना क तां पता है एको हंग श्यामा बहु परजा जाए एक तो मैं बहुते रूप हो जावां ये कहा सी उन्हां ने। महाराज कहंदे जिहड़ा एको हंग अखर है ना इहदे विचों ही ओंकार ने जन्म लिया। महाराज वो किवें कहंदे जिहड़ा एको को अखर है ना जिहड़ा ਇਹਦੇ ਚੋਂ जन्म लैंदा ओकार ਜਿਹੜਾ एको हंग अखर है ना ਇਹਦੇ ਤੋਂ जन्म लैंदे दो अखर आकार ते मकार। ਇਹਦੇ ਵਿੱਚੋਂ ही ਅਸੀਂ लिया है कार अर्ध बिंद पहचान। ये जड़ा ना आकार उकार मकार अर्ध बिंद पहचान चारों को समुदाय जो ओंकार पहचान ये चारां दा समुदाय बनता है ओंकार। इस करके इन्हां जिहड़ा परमेश्वर दा ये अखर है ना एको हंग
ਇਹਦੇ ਵਿੱਚੋਂ ਹੀ ਓੰਗ ਨੇ ਜਨਮ ਲਿਆ ਹੈ। ਓੰਕਾਰ ਅਸੀਂ ਬਣਾ ਕੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ, ਹੁਣ ਇਹਨੂੰ ਜਰਾ ਸੋਚ ਕੇ ਕਹਿਣਾ ਆਪਾਂ ਨੇ। ਜਦੋਂ ਤੱਕ ਤਾਂ ਗਿਆਨ ਨਹੀਂ ਹੁੰਦਾ ਆਪਾਂ ਨੂੰ ਇੱਕ ਓੰਕਾਰ ਦਾ, ਉਦੋਂ ਤੱਕ ਤਾਂ ਆਪਾਂ, ਮੇਰਾ ਖਿਆਲ ਇੱਕ ਓੰਕਾਰ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਹੋਣਾ ਇਹਨਾਂ, ਕਿਉਂਕਿ ਇੱਕ ਓੰਕਾਰ ਤਾਂ ਸਭ ਤੋਂ ਸ਼ੁਰੂ ਚ ਆਉਂਦਾ ਨਾ। ਇਹ ਤਾਂ ਆਪਾਂ ਹਮੇਸ਼ਾ ਹੀ ਇਉਂ ਹੀ ਕਹਿ ਕੇ ਲੰਘ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇੱਕ ਓੰਕਾਰ ਵਿੱਚ ਖਾਸ ਧਿਆਨ ਨਹੀਂ ਗਿਆ ਆਪਣਾ ਕਦੇ, ਪਰ ਅੱਜ ਦੇ ਇਸ ਵਿਚਾਰ ਨਾਲ ਸੰਗਤ ਦਾ ਧਿਆਨ ਵਿਸ਼ੇਸ਼ ਜਾਵੇਗਾ ਕਿ ਇੱਕ ਕਿਉਂ ਲਾਇਆ ਹੈ। ਇੱਕ ਗੁਰੂ ਨਾਨਕ ਦੇਵ ਜੀ ਨੇ ਕਿਉਂ ਲਾਇਆ? ਕਿਉਂਕਿ ਪਰਮੇਸ਼ਰ ਕੇਵਲ ਇੱਕੋ ਇੱਕ ਹੈ, ਅਦਵੈਤ ਸਿਧਾਂਤ ਹੈ, ਈਰਖਾ ਵਾਲਾ ਮਤ ਨਹੀਂ ਹੈ। ਓੰਗ ਅੱਖਰ ਕੱਲੇ ਨੂੰ ਕਾਰ ਲਾ ਕੇ ਉੱਤੇ ਪਰਮੇਸ਼ਰ ਨੂੰ ਬਣਾਇਆ ਹੈ। ਤਿੰਨ ਦੇਵਤੇ ਜੜ ਰੂਪ ਨੇ, ਇਹਨਾਂ ਨੂੰ ਸ਼ਕਤੀ ਦੇਣ ਲਈ ਕਾਰ ਆਪਣਾ ਕਰਮ ਕਰਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੱਖਰ ਬਣਾਇਆ ਹੈ ਇੱਕ ਓੰਕਾਰ, ਇਹ ਨਾ ਤਾਂ ਆਪਾਂ ਨੇ ਏਕੰਕਾਰ ਬੋਲਣਾ ਹੈ, ਨਾ ਇਸ ਨੂੰ ਏਕਮਕਾਰ ਬੋਲਣਾ ਹੈ, ਨਾ ਇਹਨੂੰ ਏਕੇ ਓੰਕਾਰ ਕਰਕੇ ਬੋਲਣਾ ਹੈ। ਇਹ ਸਿੱਧੇ ਤਿੰਨ ਅੱਖਰਾਂ ਦਾ ਆਪਸ ਸੰਧੀ ਛੇਦ ਕਰਕੇ ਬਣਦਾ ਇੱਕ, ਫਿਰ ਓੰਗ, ਫਿਰ ਜਿਹੜੀ ਉੱਪਰ ਕਾਰ ਲੱਗੀ ਹੋਈ ਆ ਉਹ ਕਾਰ ਹੈ। ਇੱਕ ਓੰਕਾਰ, ਇਹ ਕਾਰ ਦਾ ਭਾਵ ਆਪ ਸਮਝ ਗਏ ਹੋਵਾਂਗੇ। ਕਾਰ ਦਾ ਮਤਲਬ ਹੈ ਪਰਮੇਸ਼ਰ, ਤੇ ਓੰਗ ਦਾ ਮਤਲਬ ਹੈ ਰਜੋ ਤਮੋ ਸਤੋ ਗੁਣ, ਤੇ ਓੰਗ ਦਾ ਮਤਲਬ ਹੈ ਤਿੰਨ ਦੇਵਤਿਆਂ ਦੀ ਹੋਂਦ, ਤੇ ਇਹਨਾਂ ਦੇ ਉੱਪਰ ਹੈ ਪਰਮੇਸ਼ਰ। ਉਹ ਪਰਮੇਸ਼ਰ ਹੈ ਇੱਕੋ ਇੱਕ, ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜੜ। ਓੰਗ ਜਿਹੜਾ ਹੈ, ਓੰਕਾਰ ਜਿਹਨੂੰ ਆਪਾਂ ਕਹਿੰਦੇ ਆ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਓੰਕਾਰ, ਕਦੇ ਬਹਿ ਕੇ ਇਹਦਾ ਜਾਪ ਕਰਕੇ ਦੇਖਿਓ। ਹੁਣ ਇੱਕ ਓੰਕਾਰ, ਇਹ ਕੀ ਕਰਦਾ ਓੰਕਾਰ ਅੱਖਰ? ਇਹਦੇ ਅੱਗੇ ਜਾ ਕੇ ਬੜੇ ਵਿਸਥਾਰ ਆਉਣਗੇ, ਕਿਉਂਕਿ ਉਹ ਇੱਕ ਓੰਕਾਰ ਦੀ ਕਥਾ 2-3 ਦਿਨ ਲੱਗ ਜਾਂਦੇ, 2-3-4 ਦਿਨ ਵੀ ਲੱਗ ਸਕਦੇ ਇੱਕ ਓੰਕਾਰ ਦੇ ਭਾਵ ਨਾਲ ਨਾਲ ਚੱਲੀ ਜਾਣੇ। ਕਿਉਂਕਿ ਜਿਹੜਾ ਓੰਕਾਰ ਆਪਾਂ ਬੋਲਦੇ ਆ ਨਾ, ਇਹ ਉੱਪਰ ਨੂੰ ਬਿਰਤੀ ਲੈ ਕੇ ਜਾਂਦਾ, ਆਪਣੀ ਊਰਧ ਪਾਸੇ ਨੂੰ, ਊਰਧਮੁਖੀ ਹੈਗਾ ਇਹ। ਕਿਉਂਕਿ ਇਸ ਅੱਖਰ ਦਾ ਉਚਾਰਨ ਕੁਦਰਤੀ ਉੱਪਰ ਨੂੰ ਹੀ ਜਾਂਦਾ, ਜਿੰਨਾ ਆਪਾਂ ਇਹਨੂੰ ਲੰਮਾ ਬੋਲ ਜਾਂਦੇ ਆ। ਕਿਉਂਕਿ ਜਿਹੜੇ ਜੋਗੀ ਸੀ ਇਹ ਆਪਣੇ ਸਵਾਸਾਂ ਨੂੰ ਚੜਾਉਣ ਵੇਲੇ ਬੋਲਦੇ ਨੇ ਓੰਗ ਓੰਗ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਣਾਇਆ ਨਾ ਓੰਕਾਰ, ਇਹ ਹੁਣ ਦਸਮ ਦੁਆਰ ਵੱਲ ਆ ਜਾਓ। ਜੇ ਇਕੱਲਾ ਹੀ ਬੋਲਦੇ ਨੇ ਓੰਗ ਓੰਗ ਓੰਗ, ਤਾਂ ਇਹਨਾਂ ਨੂੰ ਪ੍ਰਗਟ ਹੁੰਦੇ ਨੇ ਤਿੰਨ ਦੇਵਤੇ, ਰਿੱਧੀਆਂ ਸਿੱਧੀਆਂ, ਸਾਰੇ ਦੇਵਤੇ, ਸਾਰੀਆਂ ਸ਼ਕਤੀਆਂ, ਪਰ ਇਹ ਅਧੂਰਾ ਹੈ। ਇਹ ਜਦੋਂ ਉੱਪਰਲੇ ਪਾਸੇ ਕਾਰ ਲੱਗ ਜਾਂਦੀ ਹੈ, ਇਹਦੇ ਕਾਰ ਪਰਮੇਸ਼ਰ ਦਾ ਵਾਚਕ ਹੋਣ ਕਰਕੇ ਦਸਮ ਦੁਆਰ ਦੇ ਵਿੱਚ ਆਤਮਿਕ ਆਨੰਦ ਪ੍ਰਗਟ ਹੁੰਦਾ ਹੈ। ਦੋ ਪ੍ਰਕਾਰ ਦਾ ਆਨੰਦ ਹੈ, ਇੱਕ ਬ੍ਰਹਮਾਨੰਦ ਹੈ, ਇੱਕ ਜੋਗਾਨੰਦ ਹੈ। ਓੰਗ ਓੰਗ ਦਾ ਜਾਪ ਕਰਦੇ ਆ, ਇਹਨਾਂ ਨੂੰ ਜੋਗਾਨੰਦ ਪ੍ਰਾਪਤ ਹੁੰਦਾ। ਬਹੁਤ ਅੱਛੀ ਚੀਜ਼ ਹੈ ਜੋਗਾਨੰਦ, ਪਰ ਟੈਂਪਰੇਰੀ ਹੈ, ਕੰਮ ਚਲਾਊ ਹੈ। ਆਨੰਦ ਤਾਂ ਬੜਾ ਆਉਂਦਾ ਬਈ, ਜਦੋਂ ਤੱਕ ਮਨ ਟਿਕਿਆ ਰਹਿੰਦਾ ਨਾ ਓੰਗ ਓੰਗ ਕਰਦਿਆਂ, ਦਸਮ ਦੁਆਰ ਵਿੱਚ ਸਵਾਸ ਟਿਕੇ ਨੇ ਜੋਗੀਆਂ ਦੇ, ਉਦੋਂ ਤੱਕ ਉਹਨਾਂ ਨੂੰ ਆਨੰਦ ਹੈ। ਜਦੋਂ ਥੱਲੇ ਉਤਰ ਆਏ ਫਿਰ ਆਪਣੇ ਵਰਗੇ ਹੀ ਬਣ ਜਾਂਦੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਾਰ ਲਾਈ ਹੈ ਨਾ, ਇਹ ਕਾਰ ਵਿੱਚ ਹੀ ਤਾਂ ਸਾਰਾ ਪ੍ਰਕਾਸ਼ ਹੈ। ਇਹ ਜਿਹੜੀ ਆਪਾਂ ਨੂੰ ਮਹਾਰਾਜ ਨੇ ਇਹ ਕਿਹਾ ਨਾ ਇੱਕ ਓੰਕਾਰ, ਇਹ ਕਾਰ ਵਿੱਚ ਹੀ ਸਾਰਾ ਕੁਝ ਪਿਆ ਹੈ। ਬਸ ਇਸ ਦਾ ਧਿਆਨ ਰੱਖਣਾ। ਮਹਾਰਾਜ ਕਹਿੰਦੇ ਨੇ ਇਹ ਇੱਕ ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਉਹ ਚਾਰ ਨੇ ਮਾਤਰ ਸੇ ਰੱਖਿਆ ਕਰਦਾ ਹੈ। 6 ਚੀਜ਼ਾਂ ਦਾ ਪ੍ਰਕਾਸ਼ ਆਪਾਂ ਪਹਿਲਾਂ ਵੀ ਕਈ ਵਾਰੀ ਸੁਣਿਆ। ਆਕਾਸ਼ ਵਿੱਚ ਬਿਜਲੀ, ਬੱਦਲਾਂ ਵਾਲੀ ਬਿਜਲੀ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੈ। ਤਾਰਿਆਂ ਵਿੱਚ, ਸੂਰਜ ਵਿੱਚ, ਚੰਦਰਮਾ ਵਿੱਚ ਮਨੁੱਖ ਦੀ ਬੁੱਧੀ ਤੇ ਧਰਤੀ ਦੇ ਉੱਤੇ ਅੱਗ। ਇਹ 6 ਚੀਜ਼ਾਂ ਨੂੰ ਵਾਹਿਗੁਰੂ ਪ੍ਰਕਾਸ਼ਮਾਨ ਕੌਣ ਕਰਦਾ ਹੈ? ਕਦੇ ਸੋਚਿਆ ਵੀ ਇੱਕ ਓੰਕਾਰ ਕਹਿ ਕੇ ਫਟਾਫਟ ਲੰਘ ਜਾਂਦੇ ਆਪਾਂ? ਉਹ ਅਸਲੀ ਮੂਲ ਰੂਪ ਇੱਕ ਓੰਕਾਰ ਹੀ ਹੈ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਓੰਕਾਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ। ਆਹ ਇੱਕ ਓੰਕਾਰ ਵਿੱਚ ਸਾਡਾ ਧਿਆਨ ਨਹੀਂ ਜਾਂਦਾ।
इस करके जदों भी गुरबाणी पढ़ो तो देखो जिहड़ा ना एका लग्या होया वो तो अद्वैत सिद्धांत नूं सिद्ध करदा, पर मूल रूप विच इहदे जिहड़ा अपना बीज मंत्र है ना वो सिर्फ ओंकार ही है। ओंकार एक तां कहने कि साडा सिद्धांत यह है, एका लाउण नाल सिद्धांत यह बन गया, कोई भी जपे, हिंदू जपे, मुसलमान जपे, एक ओंकार नूं सब दा ही भला कर दिंदा है। सो इस करके खत्री ब्राह्मण सूद वैस उपदेश चौं वर्णा को साझा किया महाराज ने। गुरुद्वारे कोई भी आ सकता, कोई भी बैठ सकता, कोई भी बाणी पढ़ के तर सकता। महाराज ने कहा असीं ये नहीं वितकरा रखिया कि इहनूं सिर्फ हिंदू तर सकता, इत्थे ब्राह्मण तर सकता, इत्थे फलाना नहीं तर सकता, फलाना डुब जाएगा। महाराज ने वचन किया जो प्राणी गोविंद ध्यावै पढ़िया अनपढ़िया परमगत पावै। कहने भावें मेरे वालों कोई दुनिया च भाई पढ़िया लिखिया, भावें कोई अनपढ़ है, जेड़ा भी बंदा आखेगा सतनाम श्री वाहेगुरु साहिब जीओ, सतनाम श्री वाहेगुरु साहिब जी, सतनाम श्री वाहेगुरु, सतनाम श्री वाहेगुरु साहिब जी, सतनाम श्री वाहेगुरु साहिब जी। महाराज कहने जेड़ा भी बंदा आखेगा वाहेगुरु, ये वाहेगुरु ओंकार ही है, क्योंकि गुर मंत्र होने करके गुरु दे राही सानू मिलिया, इस करके वाहेगुरु। बाकी भी सारे परमेश्वर दे अपने ही नाम ने। कोई अपने आप को गोबिंद कहाई जावे, कोई राम कहाई जावे, कोई अपने आप को कुछ कहाई जावे, पर नारायण कहाई जावे, ये सारे नाम परमेश्वर दे अपने ही ने। की हो गया जे किसी ने लेके अपने नाल जोड़ लिया नूं भी मेरा नाम नारायण है? नहीं, नारायण नाम परमेश्वर दा ही आ। महाराज कहने मेरा ही नाम है नारायण, मैं ही गोबिंद हाँ, मैं ही सारे रूपां विच बैठा हाँ। इस करके उसे नूं ही देखना नाम जपदियां। महाराज कहने एक ओंकार, जो ओंकार सारियां दा प्रकाशक है, एक ओंकार दा झलकारा झलना औखा है। कल्ले ओंकार दा जाप ज्यादा नहीं करना, वाहिगुरु मंत्र दा जाप ज्यादा करना, क्योंकि गुर मंत्र गुरु साहब ने दिता है। एक ओंकार कल्ले दा जाप जिहड़ा इहदा लश्कारा झलना इन्ना औखा हो जाना तुहानूं भी संभालिया नहीं जाना। फिर इस करके इहदे नाल इन्ना कुछ अगे होर लाया, सतनाम करता पुरख निरभौ निरवैर, ताइयों अगे तक लाया नाल। ये सतगुरु महाराज सच्चे पातशाह कहते ने जेड़ा भी उच्चारण करेगा एक ओंकार, ओदी उसे वक्ति रखिया शुरू कर देंदे ने कि मेरा है, मेरा सिमरन करता है। तब सतगुरु महाराज सच्चे पातशाह ने आपां नूं बख्शिशां कीतियां ने। धन गुरु हरगोबिंद साहिब महाराज ने सच्चे पातशाह ने मेहर कीती है। भाई गोपाला जी तो जपजी साहब का शुद्ध पाठ लगा मात्रा ऐन टिक टका के शुद्ध मन दे नाल शुद्ध हो के 1.25 फुट उच्चा बिठाया सी अपने सामने महाराज ने भाई गोपाले नूं। गुरता गद्दी तो भी 1.25 फुट उच्चा बिठा के जदों भाई गोपाला जी ने कहा एक ओंकार सतनाम, महाराज ने उदों ही मत्था टेक दिता, नमस्कार कर दी। किनू? गुरबाणी नूं। किनू? एक ओंकार नूं। महाराज ने नमस्कार की। क्यों? देखो गुरबाणी का सत्कार रखदियां होइयां अपने नालों भी 1.25 फुट 1.25 गिठ उच्चे बिठाउणा, ये पहला तो गुरबाणी का कितना सत्कार है। फिर उच्चारण महाराज ने कहा शुद्ध होवेगा, जिहदा शुद्ध मन दे नाल पढ़ेगा। गुरता गद्दी देण तक तैयार हो गए सी महाराज, पर भाई का संकल्प उठ गया घोड़े का, इस करके उन्होंने बहुत कुछ ब्रह्म ज्ञान भी देता सी महाराज ने, सारियां बख्शिशां कर दित्तियां। धन गुरु हरगोबिंद साहिब महाराज आपां भी जपजी साहब का शुद्ध पाठ सीखण का यतन कर रहे हैं। ये जानने का यतन कर रहे हैं कि इसकी जड़ कित्थे है, एक दी जड़ कित्थे, ओंकार अखर बनया कित्थों। हुण आपां नूं इह तां पता लग गया ना कि एक हंग अखर तो ओंकार प्रगट होया। इस करके आपां नूं अगर कदे भी किते भी चर्चा हो जाए अपनी गुरसिखां दे विच नहीं, बाहरलियां मत्तां विच